ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਦੇ ਵੱਲੋਂ ਕਿ ਅੱਜ ਐਸਜੀਪੀਸੀ ਦੇ ਉੱਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਗਿਆ ਹੈ। ਐਸਜੀਪੀ ਦੇ ਉੱਪਰ ਪਰਚਾ ਦਰਜ ਦੀ ਗੱਲ ਕਰਨ ਦੀ ਆਖੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਰਾਮ ਰਹੀਮ ਅਤੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ। ਕਿਉਂ ਪਰਚਾ ਕਰਨ ਦੀ ਗੱਲ ਕੀਤੀ ਗਈ ਵੀ ਐਸਜੀਪੀਸੀ ਦੇ ਉੱਪਰ ਪਰਚਾ ਹੋਵੇ ਤੇ ਨਾਲ ਹੀ ਕਿਸ ਮਾਮਲੇ ਦੇ ਵਿੱਚ ਇਹਨਾਂ 4 ਲੋਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕੈਬਨਿਟ ਬੈਠਕ ਦੀ। ਅੱਜ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇੱਕ ਕੈਬਨਿਟ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਦੇ ਵਿੱਚੋਂ ਕਿਹੜੇ ਫੈਸਲੇ ਲਏ ਗਏ ਨੇ ਤੇ ਕਿਹੜੇ ਫੈਸਲੇ ਉੱਪਰ ਮੋਹਰ ਲੱਗੇਗੀ, ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕੇਂਦਰ ਦੀ ਇੱਕ ਨਵੀਂ ਚਾਲ ਦੀ, ਜਿਸ ਤਹਿਤ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਵੰਡਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਲੱਗਿਆ ਹੈ। ਸੋ ਕਿਹੜੀ ਉਹ ਚਾਲ ਹੈ, ਕਿਹੜਾ ਉਹ ਪੈਂਤਰਾ ਵਰਤਿਆ ਗਿਆ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ। ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਗਿੱਲ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਲਖਵਿੰਦਰ ਜੀ। ਸੋ ਸਿਮਰਨਜੀਤ ਸਿੰਘ ਮਾਨ ਇੱਕ ਵੱਡਾ ਨਾਮ ਪੰਜਾਬ ਦੀ ਰਾਜਨੀਤੀ ਵਿੱਚ, ਗੱਲ ਕਰੀਏ ਇੱਕ ਸਿੱਖ ਚਿਹਰਾ ਪੰਜਾਬ ਦਾ, ਉਹਨਾਂ ਦੇ ਵੱਲੋਂ ਪੰਜਾਬ ਦੀ ਸਿਰਮੌਰ ਪੰਥਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਵੱਡਾ ਇੱਕ ਇਲਜ਼ਾਮ ਲਗਾਇਆ ਗਿਆ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਐਸਜੀਪੀਸੀ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ। ਤੋਂ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਰਾਮ ਰਹੀਮ ਅਤੇ ਸੁਮੇਧ ਸੈਣੀ ਦੇ ਉੱਪਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਇਹਨਾਂ ਨੂੰ ਪਰਚੇ ਦੇ ਕੇ ਅੰਦਰ ਕਰ ਦੇਣਾ ਚਾਹੀਦਾ ਹੈ। ਕਿਵੇਂ ਦੇਖ ਰਹੇ ਹੋ, ਕਿੰਨਾ ਵੱਡਾ ਬਿਆਨ ਆ, ਕਿਉਂਕਿ ਬਿਆਨ ਹੈ ਬਹੁਤ ਵੱਡਾ, ਲੇਕਿਨ ਕਿਹੜੇ ਮੁੱਦੇ ਨੂੰ ਲੈ ਕੇ ਉਹ ਕਹਿ ਰਹੇ ਨੇ ਵੀ ਐਸਜੀਪੀਸੀ ਤੇ ਪਰਚਾ ਹੋਵੇ ਤੇ ਕਿਹੜੇ ਮੁੱਦੇ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ 4 ਦੀ ਗ੍ਰਿਫਤਾਰੀ ਹੋਵੇ ਤੇ ਜੇਲ੍ਹ ਭੇਜਿਆ ਜਾਵੇ? ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਹਾਂਜੀ ਲਖਵਿੰਦਰ, ਬਿਲਕੁਲ। ਦੇਖੋ, ਸਿਮਰਨਜੀਤ ਸਿੰਘ ਮਾਨ ਅੱਜ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਪਹੁੰਚੇ ਸੀ। ਉੱਥੇ ਇੱਕ NRI ਵੱਲੋਂ ਪਾਰਕ ਬਣਾਇਆ ਗਿਆ ਸੀ ਆਪਣੇ ਪਿੰਡ ਦੇ ਵਿੱਚ, ਜੋ ਕਿ ਅਮਰੀਕਾ ਵਿਖੇ ਰਹਿੰਦੇ ਨੇ। ਤਾਂ ਉੱਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਪਣੇ ਵਿਚਾਰ ਰੱਖਦੇ ਦੱਸਿਆ ਕਿ ਜਿਸ ਤਰ੍ਹਾਂ ਦੇ ਨਾਲ RSS ਔਰ BJP ਪੰਜਾਬ ਦੇ ਉੱਤੇ ਆਪਣਾ ਕਬਜ਼ਾ ਕਰਨ ਦੇ ਵਿੱਚ ਲੱਗੀ ਹੋਈ ਹੈ, ਉੱਥੇ ਉਹ ਚੇਤਾਵਨੀ ਦਿੰਦੇ ਨੇ RSS BJP ਸਮੇਤ ਆਮ ਆਦਮੀ ਪਾਰਟੀ ਨੂੰ ਵੀ। ਤਾਂ ਦੂਜੇ ਪਾਸੇ ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਸ਼੍ਰੋਮਣੀ ਕਮੇਟੀ ਦੇ ਉੱਤੇ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਖੜਾ ਕਰਦੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਇਤਿਹਾਸਕ ਸਥਾਨ ਹੈਗੇ ਨੇ, ਜਿਹੜੇ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਸੀਗੇ, ਗੱਲ ਕਰ ਲਈਏ ਤਾਂ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ, ਜਿਹੜਾ ਕਿ ਠੰਡਾ ਬੁਰਜ ਦੀ ਗੱਲ ਕਰ ਲਈਏ, ਜਾਂ ਫਿਰ ਚਮਕੌਰ ਦੀ ਕੱਚੀ ਗੜੀ ਦੀ ਗੱਲ ਕਰ ਲਈਏ, ਜਾਂ ਫਿਰ ਤਰਨਤਾਰਨ ਸਾਹਿਬ ਦੇ ਗੁਰਦੁਆਰੇ ਦੀ ਗੱਲ ਕਰ ਲਈਏ, ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਾਜ਼ਿਸ਼ ਦੇ ਅਧੀਨ ਸਾਡੀ ਵਿਰਾਸਤ ਨੂੰ ਖਤਮ ਕਰਕੇ ਉੱਥੇ ਸੰਗਮਰਮਰ ਜੜ ਕੇ ਗੁਰਦੁਆਰੇ ਬਣਾ ਦਿੱਤੇ ਗਏ ਨੇ, ਜਦ ਕਿ ਸਾਡਾ ਜੋ ਇਤਿਹਾਸ ਸੀਗਾ ਉਸ ਨੂੰ ਮਿਟਾਉਣ ਦੇ ਵਿੱਚ ਵੱਡਾ ਜਿਹੜਾ ਯੋਗਦਾਨ SGPC ਨੇ ਪਾਇਆ, ਜਿਸ ਦੇ ਚੱਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਜਿਹੜੀ, ਉਸ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ। ਔਰ ਨਾਲ ਹੀ ਜਿਹੜੀਆਂ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗਾਇਬ ਨੇ, ਜਾਂ ਫਿਰ ਉਹਨਾਂ ਵੱਲੋਂ ਸਿੱਧਾ ਇਲਜ਼ਾਮ ਲਗਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰੂਪ ਨੇ ਜਿਹੜੇ ਵੇਚ ਦਿੱਤੇ ਗਏ ਨੇ, ਇਸ ਮਾਮਲੇ ਦੀ ਵੀ ਗਹਿਰਾਈ ਦੇ ਨਾਲ ਜਾਂਚ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਨਾ ਚਾਹੀਦਾ। ਤਾਂ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਵੀ ਕਿਹਾ ਕਿ ਜਿਹੜੀ ਬੇਅਦਬੀ ਦਾ ਮਾਮਲਾ ਹੈਗਾ ਉਸ ਦੇ ਵਿੱਚ 6 ਸਾਲ ਹੋ ਗਏ ਨੇ ਜਾਂਚਾਂ ਹੁੰਦੀਆਂ ਨੂੰ, ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਗਈਆਂ, ਲੇਕਿਨ ਜਾਂਚ ਉੱਥੇ ਦੀ ਉੱਥੇ ਹੀ ਖੜੀ ਹੈ। ਸਾਡੇ ਲੋਕਾਂ ਵੱਲੋਂ ਉੱਥੇ ਲਗਾਤਾਰ ਮੋਰਚਾ ਲਗਾਇਆ ਹੋਇਆ, ਗ੍ਰਿਫਤਾਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਲੇਕਿਨ ਸਿੱਖ ਕੌਮ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ। ਜਦ ਕਿ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਇਹ ਜਾਂਚ ਕੀਤੀ ਹੈ, ਉਸ ਜਾਂਚ ਦੇ ਵਿੱਚ ਬਿਲਕੁਲ ਸਾਫ਼ ਹੋ ਗਿਆ ਹੈ ਕਿ ਕਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ, ਕਿਹੜੇ ਦੋਸ਼ੀ ਨੇ, ਕਿਹਨੇ ਕੋਟਕਪੂਰਾ ਦੇ ਵਿੱਚ ਗੋਲੀ ਚਲਾਉਣ ਦਾ ਜਿਹੜਾ ਆਰਡਰ ਦਿੱਤਾ, ਕਿਸ ਦੇ ਕਹਿਣ ਤੇ ਦਿੱਤਾ, ਜਿਸ ਦੇ ਚੱਲਦੇ ਉਹਨਾਂ ਵੱਲੋਂ ਸਿੱਧੀ ਵੱਡੀ ਮੰਗ ਕਰ ਦਿੱਤੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਅਤੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਮੁਕੱਦਮੇ ਚਲਾ ਕੇ
ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ ਹੈ, ਜਦਕਿ ਰਾਮ ਰਹੀਮ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ। ਉਹਨਾਂ ਦੇ ਉੱਤੇ ਇੱਕ ਹੋਰ ਮੁਕੱਦਮਾ ਦਰਜ ਕਰਕੇ ਉਸ ਦਾ ਵੀ ਟ੍ਰਾਇਲ ਕਰਨਾ ਚਾਹੀਦਾ। ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਥੇ ਇਹ ਵੀ ਕਿਹਾ ਕਿ ਬੀਜੇਪੀ ਸਾਜ਼ਿਸ਼ਾਂ ਕਰ ਰਹੀ ਹੈ ਕਿ ਜਿਹੜਾ ਪੰਜਾਬ ਹੈਗਾ ਉਸ ਦੇ 2 ਹਿੱਸੇ ਕਰ ਦਿੱਤੇ ਜਾਣ, ਲੇਕਿਨ ਬੀਜੇਪੀ ਇਸ ਗੱਲ ਨੂੰ ਭੁੱਲ ਰਹੀ ਹੈ ਕਿ ਅਗਰ ਜੇ ਅੱਜ ਬੀਜੇਪੀ ਸੱਤਾ ਦੇ ਵਿੱਚ ਹੈਗੀ ਹੈ, ਜੇ ਕਾਂਗਰਸ ਦਾ ਹਿੰਦੁਸਤਾਨ ਦੇ ਵਿੱਚੋਂ ਸਫਾਇਆ ਹੋਇਆ ਤਾਂ ਉਹ ਸਿੱਖ ਕੌਮ ਕਰਕੇ ਹੀ ਹੋਇਆ, ਕਿਉਂਕਿ 84 ਦੇ ਵਿੱਚ ਜਿਸ ਤਰ੍ਹਾਂ ਨੇ ਇਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜਿਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਰੋਸ ਜਾਗਿਆ, ਜਿਸ ਤੋਂ ਬਾਅਦ ਸਿੱਖ ਕੌਮ ਦਾ ਘਾਣ ਵੀ ਹੋਇਆ। ਲੇਕਿਨ ਉਹ ਦਿਨ ਸੀ ਜਿਸ ਦਿਨ ਕਾਂਗਰਸ ਦਾ ਸਫਾਇਆ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਜੇਕਰ ਸੱਤਾ ਦੇ ਵਿੱਚ ਆਈ ਹੈ ਤਾਂ ਸਿੱਖ ਕੌਮ ਦੀ ਦੇਣ ਹੈ। ਤਾਂ ਦੂਜੇ ਪਾਸੇ ਲਖਵਿੰਦਰ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਕਹਿੰਦੀ ਹੈ ਕਿ ਅਸੀਂ ਪੂਰੇ ਹਿੰਦੁਸਤਾਨ ਦੇ ਉੱਤੇ ਰਾਜ ਕਰਨਾ, ਪੂਰੇ ਹਿੰਦੁਸਤਾਨ ਨੂੰ ਅਸੀਂ ਹਿੰਦੂਤਵਾ ਜਿਹੜਾ ਸੂਬਾ ਹੈਗਾ ਉਹ ਬਣਾ ਦੇਣਾ, ਤਾਂ ਉੱਥੇ ਉਹਨਾਂ ਤੋਂ ਇੱਕ ਲੇਹ ਲਦਾਖ ਵਰਗਾ ਸੂਬਾ ਤਾਂ ਸਾਂਭਿਆ ਨਹੀਂ ਜਾ ਰਿਹਾ, ਜਿੱਥੇ ਚੀਨ ਲਗਾਤਾਰ ਘੁਸਪੈਠ ਕਰਦਾ ਆ ਰਿਹਾ। ਤਾਂ ਉੱਥੇ ਵੀ ਇਹਨਾਂ ਵੱਲੋਂ ਸਿੱਖ ਰੈਜੀਮੈਂਟ ਹੈ ਜਿਹੜੀ ਉਹਨੂੰ ਉੱਥੇ ਲੜਾਈ ਦੇ ਵਿੱਚ ਝੋਕ ਦਿੱਤਾ ਗਿਆ, ਜਿਸ ਕਰਕੇ ਸਾਡੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਫੌਜੀ ਹੈਗੇ ਨੇ ਉਹਨਾਂ ਦੀ ਸ਼ਹਾਦਤ ਹੋ ਰਹੀ ਹੈ। ਤਾਂ ਬੀਜੇਪੀ ਨੂੰ ਸਬਕ ਲੈਣਾ ਚਾਹੀਦਾ। ਇਸ ਤਰ੍ਹਾਂ ਦੀ ਚੇਤਾਵਨੀ ਜਿਹੜੀ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਦਿੱਤੀ ਗਈ ਹੈ, ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਹੈਗੀ ਆ ਉਹ 1925 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਜੀ। ਤਾਂ ਜਦ ਕਿ ਭਾਰਤ 1947 ਦੇ ਵਿੱਚ ਆਜ਼ਾਦ ਹੋਇਆ, ਉਸ ਤੋਂ ਬਾਅਦ ਭਾਰਤ ਦੀ ਜਿਹੜੀ ਸੰਸਦ ਆ ਉਹ ਬਣੀ ਆ। ਤਾਂ ਸਾਡੀ ਜਿਹੜੀ ਸਰਮੌਰ ਸੰਸਥਾ ਹੈਗੀ ਆ ਉਸ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਸ ਨੂੰ ਰੋਕਣ ਦਾ ਹੱਕ ਬੀਜੇਪੀ ਕੋਲ ਬਿਲਕੁਲ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ 12 ਸਾਲ ਤੋਂ ਚੋਣ ਨਹੀਂ ਹੋ ਰਹੀ, ਤਾਂ ਉਹਨਾਂ ਨੇ ਵੱਡੀ ਆਵਾਜ਼ ਬੁਲੰਦ ਕੀਤੀ ਹੈ ਕਿ ਇਹ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ, ਇਸ ਨੂੰ ਨੱਥ ਪਾਉਣ ਦੀ ਲੋੜ ਹੈ। ਔਰ ਦੂਜੇ ਪਾਸੇ ਜਿਹੜੀ ਸਾਡੀ ਸਰਮੌਰ ਸੰਸਥਾ ਹੈਗੀ ਆ ਉਸ ਦੇ ਉੱਤੇ RSS ਨੂੰ ਕਾਬਜ਼ ਹੋਣ ਬਿਲਕੁਲ ਨਹੀਂ ਦਿੱਤਾ ਜਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਵੀ ਇਸ ਦੇ ਵਿੱਚ ਬਰਾਬਰ ਦੀ ਭਾਗੀਦਾਰ ਹੈ। ਸੋ ਗਿੱਲ ਸਾਹਿਬ ਨਾਲ ਹੀ ਨਾਲ ਇੱਕ ਉਹਨਾਂ ਵੱਲੋਂ ਪ੍ਰੋਟੈਸਟ ਦੀ ਗੱਲ ਵੀ ਹੋਈ ਹੈ ਵੀ 9 ਅਪ੍ਰੈਲ ਨੂੰ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾਏਗਾ। ਸੋ ਕੰਟੀਨਿਊ ਕਹਿੰਦੇ ਅਸੀਂ ਪ੍ਰੋਟੈਸਟ ਰੱਖਾਂਗੇ, ਕਿ ਕਿਸ ਤਰ੍ਹਾਂ ਪ੍ਰੋਟੈਸਟ ਹੋਏਗਾ ਤੇ ਕਿੱਥੇ ਕੀਤਾ ਜਾਏਗਾ? ਲਖਵਿੰਦਰ ਜੀ ਦੇਖੋ, ਉਹਨਾਂ ਨੇ ਕਿਹਾ ਕਿ 9 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਉੱਥੇ ਜਿਹੜੇ ਸਾਰੇ ਸਿੱਖ ਬੁੱਧੀਜੀਵੀ ਹੈਗੇ ਨੇ ਜਾਂ ਫਿਰ ਜਿਹੜੇ ਸਿੱਖ ਕੌਮ ਦੇ ਦਰਦੀ ਹੈਗੇ ਨੇ ਉਹ ਸਾਰੇ ਲੋਕਾਂ ਨੂੰ ਬੁਲਾਇਆ ਜਾਵੇਗਾ। ਜਿਸ ਤਰ੍ਹਾਂ ਦੇ ਨਾਲ ਸਰਬੱਤ ਖਾਲਸਾ ਕੀਤਾ ਗਿਆ ਸੀ ਉਸ ਦਾ ਰਾਜਨੀਤੀਕਰਨ ਹੋ ਗਿਆ, ਲੇਕਿਨ ਇਸ ਵਾਰ ਜਿਹੜਾ ਇਕੱਠ ਕੀਤਾ ਜਾਵੇਗਾ ਉਸ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਗੰਭੀਰ ਮਸਲੇ ਨੇ, ਜਿਸ ਤਰ੍ਹਾਂ ਦੇ ਨਾਲ ਸਿੱਖ ਕੌਮ ਦਾ ਘਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਚਾਲਾਂ ਚੱਲੀਆਂ ਜਾ ਰਹੀਆਂ ਨੇ, ਉਸ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ, ਉਸ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਔਰ ਅੱਗੇ ਦੀ ਰਣਨੀਤੀ ਤਿਆਰ ਕਰਾਈ ਜਾਵੇਗੀ ਕਿ ਕਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਅੱਜ ਬਾਦਲਾਂ ਦੇ ਹੱਥ ਠੋਕਾ ਬਣ ਚੁੱਕੀ ਆ, ਬਾਦਲ ਉਹਦੇ ਉੱਤੇ ਲੰਬੇ ਸਮੇਂ ਤੋਂ ਕਾਬਜ਼ ਨੇ, ਔਰ ਜਦੋਂ ਉਹ ਸੱਤਾ ਦੇ ਵਿੱਚ ਸੀਗੇ ਤਾਂ ਬੀਜੇਪੀ ਦੇ ਭਾਈਵਾਲ ਸੀ, RSS ਦੇ ਭਾਈਵਾਲ ਸੀ, ਤਾਂ ਉਹਨਾਂ ਵੱਲੋਂ ਸਾਜ਼ਿਸ਼ਨ ਜਿਹੜੀਆਂ ਚੋਣਾਂ ਹੈਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਸ ਦੇ ਉੱਤੇ ਰੋਕ ਲਗਵਾਈ ਗਈ। ਇਸ ਨੂੰ ਲੈ ਕੇ ਵੱਡਾ ਜਿਹੜਾ ਪ੍ਰੋਟੈਸਟ ਹੈਗਾ ਉਹ ਕੀਤਾ ਜਾਵੇਗਾ। ਜੀ ਬਿਲਕੁਲ ਪ੍ਰੋਟੈਸਟ ਕੀਤਾ ਜਾਏਗਾ। ਹੁਣ ਕਿਵੇਂ ਦੇਖਦੇ ਆਪਾਂ, ਕਿਉਂਕਿ ਚੋਣਾਂ ਦੀ ਇੱਕ ਵਾਰ ਫਿਰ ਤੋਂ ਗੱਲ ਉੱਠੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਇੱਕ ਪਾਸੇ ਤਾਂ ਚੋਣਾਂ ਦੀ ਗੱਲ ਹੋਣ ਲੱਗੀ ਹੈ, ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਵੱਡੇ ਬਿਆਨ ਦੇ ਰਹੇ ਨੇ, ਚਾਹੇ ਤਾਂ ਬਾਦਲ ਪਰਿਵਾਰ ਦੀ ਗੱਲ ਕਰੀਏ, ਰਾਮ ਰਹੀਮ ਨੂੰ ਲੈ ਕਰੀਏ, ਜਾਂ ਫਿਰ ਵੱਡੇ ਸਵਾਲ SGPC ਦੇ ਉੱਪਰ ਚੱਕ ਰਹੇ ਨੇ। ਕੀ ਦੇਖ ਰਹੇ ਹੋ? ਤੇ ਦੂਸਰੇ ਪਾਸੇ ਜਿਹੜੇ SGPC ਦੇ ਮੈਂਬਰ ਨੇ ਉਹ ਵੀ ਇਸ ਗੱਲ ਨੂੰ ਮੰਨਦੇ ਹੋਏ ਨਜ਼ਰ ਆ ਰਹੇ ਨੇ ਕਿ ਸੁਖਬੀਰ ਬਾਦਲ ਨੇ ਜਾਂ ਬਾਦਲ ਪਰਿਵਾਰ ਦੀ ਗੱਲ ਕਰੀਏ ਵੀ ਉਹਨਾਂ ਨੇ SGPC ਦਾ ਵੱਡਾ ਘਾਣ ਕੀਤਾ ਹੈ। ਸੋ ਵੱਡੇ ਹਮਲੇ ਕੀਤੇ ਨੇ SGPC ਦੇ ਉੱਪਰ, ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ SGPC ਨੂੰ। ਕਿਵੇਂ ਦੇਖ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਦਾ ਹਸ਼ਰ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ SGPC ਦੇ ਵਿੱਚ ਜਾਂ ਉਸ ਆਉਣ ਵਾਲੀਆਂ ਨੇ ਚੋਣਾਂ ਦੇ ਵਿੱਚ? ਦੇਖੋ ਲਖਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਇੱਕ ਲਾਮਬੰਦੀ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੇ ਨਾਲ ਉੱਥੋਂ ਦੇ ਜਿਹੜੇ ਜਥੇਦਾਰ ਹੈਗੇ ਨੇ ਜਾਂ ਫਿਰ ਜਿਹੜੇ ਉੱਥੇ ਆਪਣੀ ਸੇਵਾ ਨਿਭਾ ਰਹੇ ਹੈਗੇ ਉਹਨਾਂ ਵੱਲੋਂ ਵੀ ਪ੍ਰੋਟੈਸਟ ਕੀਤੇ ਗਏ ਨੇ, ਉਹਨਾਂ ਵੱਲੋਂ ਵੀ ਆਪਣੀ ਗੱਲ ਰੱਖੀ ਗਈ ਹੈ ਜਾਂ ਮੈਮੋਰੰਡਮ ਦਿੱਤੇ ਗਏ ਨੇ, ਤਾਂ ਉਸ ਨੂੰ ਤੁਸੀਂ ਦੇਖੋ ਤਾਂ ਦੂਜੇ ਪਾਸੇ ਹੁਣ ਦੇਖੋ ਵਾਢੀ ਦਾ ਸੀਜ਼ਨ ਆ ਗਿਆ। ਤਾਂ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਇੱਕ ਵੱਡੀ ਗੱਲ ਹੋਰ ਵੀ ਚੱਕੀ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ 10 ਤੋਂ 20 ਹਜ਼ਾਰ ਏਕੜ ਜਿਹੜੀ ਜ਼ਮੀਨ ਹੈਗੀ ਆ ਉਹ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਹੈ, ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਨਾਂ ਦੇ ਉੱਤੇ ਲੋਕਾਂ ਵੱਲੋਂ ਦਿੱਤੀ ਹੋਈ ਹੈ, ਜੋ ਕਿ ਸਾਜ਼ਿਸ਼ਨ
ਮਾਰਕੀਟ ਰੇਟ ਜਦ ਕਿ 60 ਤੋਂ 70 ਹਜ਼ਾਰ ਰੁਪਇਆ ਕਿੱਲੇ ਦਾ ਚੱਲ ਰਿਹਾ ਹੈ, ਤਾਂ ਉਸ ਨੂੰ 1000 ਜਾਂ 2000 ਰੁਪਏ ਵਿੱਚ ਠੇਕੇ ਤੇ ਦਿੱਤਾ ਜਾਂਦਾ ਹੈ। ਤਾਂ ਜਦ ਕਿ ਜਿਹੜਾ ਉੱਪਰਲਾ ਸਾਰਾ ਪੈਸਾ ਹੈ ਉਹ ਬਾਦਲ ਪਰਿਵਾਰ ਵਸੂਲਦਾ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਇਹ ਬਗਾਵਤ ਉੱਠੀ ਹੈ, ਤਾਂ ਆਉਣ ਵਾਲਾ ਸਮਾਂ ਬਾਦਲਾਂ ਦੇ ਲਈ ਮੁਸ਼ਕਲਾਂ ਭਰਿਆ ਨਜ਼ਰ ਆ ਰਿਹਾ। ਬਿਲਕੁਲ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਵੱਡੇ ਇਲਜ਼ਾਮ ਜਿੱਥੇ ਪਹਿਲਾਂ ਇਕੱਲੇ ਬਾਦਲ ਪਰਿਵਾਰ ਦੇ ਉੱਪਰ ਹੁੰਦੇ ਸੀ, ਕਬਜ਼ੇ ਦੀ ਗੱਲ ਹੁੰਦੀ ਸੀ, ਹੁਣ ਜੇਕਰ ਅੱਜ ਗੱਲ ਕਰੀਏ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਕਿ ਐਸਜੀਪੀਸੀ ਦੇ ਉੱਪਰ ਵੀ ਵੱਡੇ ਇਲਜ਼ਾਮ ਲੱਗੇ ਨੇ, ਸੋ ਪਰਚਾ ਤਾਂ ਐਸਜੀਪੀਸੀ ਦੇ ਉੱਪਰ ਵੀ ਦਰਜ ਕਰਨ ਦੀ ਉਹਨਾਂ ਵੱਲੋਂ ਗੱਲ ਕੀਤੀ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਐਸਜੀਪੀਸੀ ਦੇ ਲਈ ਜਾਂ ਫਿਰ ਬਾਦਲ ਪਰਿਵਾਰ ਦੇ ਲਈ, ਇਹਦੇ ਲਈ ਵੀ ਆਪਾਂ ਬਿਲਕੁਲ ਸਾਨੂੰ ਕੁਝ ਦਿਨਾਂ 'ਚ ਪਤਾ ਲੱਗ ਜਾਏਗਾ। ਹੁਣ ਆਪਾਂ ਦੂਸਰੀ ਵੱਡੀ ਖਬਰ ਵੱਲ ਚੱਲੀਏ। ਅੱਜ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ। ਸੋ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ, ਜਿਹਦੇ ਵਿੱਚ ਇੱਕ ਇਜਲਾਸ ਬਣਾਉਣ ਦੀ ਗੱਲ ਕੀਤੀ ਗਈ ਹੈ, ਨਾਲ ਉਹਨਾਂ ਨੇ ਐਕਸਾਈਜ਼ ਪਾਲਿਸੀ ਦੀ ਵੀ ਗੱਲ ਕੀਤੀ ਹੈਗੀ। ਸੋ ਕਿਵੇਂ ਦੇਖ ਰਹੇ ਹੋ ਇਹ ਫੈਸਲੇ ਕਿੰਨੇ ਵੱਡੇ ਨੇ ਤੇ ਇਹਨਾਂ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਣ ਵਾਲਾ ਹੈ? ਦੇਖੋ ਲਖਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦੀ ਗੱਲ ਕੀਤੀ ਗਈ ਹੈ, ਦੇਖੋ ਇਹ ਜ਼ਰੂਰੀ ਸੀ ਕਿਉਂਕਿ ਪਹਿਲੀਆਂ ਪਾਰਟੀਆਂ ਸੀਗੀਆਂ ਜਿਹੜੀਆਂ ਉਹ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਹੈਗੇ ਨੇ ਉਹੀ ਪੂਰੇ ਨਹੀਂ ਸੀ ਕਰਦੀਆਂ। ਤਾਂ ਹੁਣ ਜਿਸ ਤਰ੍ਹਾਂ ਦੇ ਨਾਲ ਇਜਲਾਸ ਬੁਲਾਏ ਜਾ ਰਹੇ ਨੇ ਜਾਂ ਫਿਰ ਸਪੈਸ਼ਲ ਇਜਲਾਸ ਬੁਲਾਏ ਜਾ ਰਹੇ ਨੇ, ਇਹ ਬਹੁਤ ਹੀ ਸਵਾਗਤਯੋਗ ਹੈ। ਤਾਂ ਦੂਜੇ ਪਾਸੇ ਜਿਸ ਤਰ੍ਹਾਂ ਦੇ ਨਾਲ ਪਾਲਿਸੀ ਦੀ ਗੱਲ ਕੀਤੀ ਗਈ ਹੈ, ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਗਈ ਹੈ, ਤਾਂ ਹੁਣ ਜਿਹੜਾ 1.5 ਮਹੀਨਾ ਹੈਗਾ ਇਸ ਨੂੰ ਹੋਰ ਟਾਲ ਦਿੱਤਾ ਗਿਆ ਕਿਉਂਕਿ ਪਹਿਲਾਂ 31 ਮਾਰਚ ਨੂੰ ਜਿਹੜਾ ਠੇਕਿਆਂ ਦਾ ਮਾਮਲਾ ਗਿੱਲ ਸਾਹਿਬ 3 ਮਹੀਨੇ ਦੀ ਗੱਲ ਹੋਈ ਹੈ ਵੀ 3 ਮਹੀਨੇ ਵਾਸਤੇ ਕਰ ਰਹੇ ਨੇ। ਜੀ ਬਿਲਕੁਲ ਜੀ, 30 ਜੂਨ ਤੱਕ ਦੇ ਨਾਲ 30 ਜੂਨ ਤੱਕ 31 ਮਾਰਚ ਨੂੰ ਜਿਸ ਤਰ੍ਹਾਂ ਦੇ ਨਾਲ ਇਹ ਨਿਪਟਾਰਾ ਹੋ ਜਾਂਦਾ ਸੀ, ਤਾਂ ਹੁਣ ਇਹ ਜੂਨ ਤੱਕ ਵੱਧ ਗਿਆ। ਲੇਕਿਨ ਇੱਥੇ ਜੋ ਦਲੀਲ ਦਿੱਤੀ ਗਈ ਹੈ ਉਹ ਇਹ ਕਿਹਾ ਗਿਆ ਕਿ 14000 ਕਰੋੜ ਤੋਂ ਜ਼ਿਆਦਾ ਜਿਹੜਾ ਪੈਸਾ ਹੈਗਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਆਏਗਾ ਇਸ ਪਾਲਿਸੀ ਦੇ ਨਾਲ। ਤਾਂ ਚਲੋ ਠੀਕ ਆ, ਪੰਜਾਬ ਦੇ ਲਈ ਬਹੁਤ ਚੰਗੀ ਗੱਲ ਹੈ। ਅਗਰ ਆਮ ਆਦਮੀ ਪਾਰਟੀ ਇਸ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਇੰਨਾ ਰੈਵਨਿਊ ਆਉਂਦਾ ਹੈ ਤਾਂ ਪੰਜਾਬ ਦੇ ਲਈ ਕਈ ਤਰ੍ਹਾਂ ਦੇ ਸੁਧਾਰ ਹੋ ਜਾਣਗੇ। ਤਾਂ ਇਹ ਤਾਂ ਚੰਗੀ ਗੱਲ ਕਿਹਾ ਜਾ ਸਕਦਾ ਕਿ ਚੰਗਾ ਫੈਸਲਾ ਹੈਗਾ। ਬਾਕੀ ਦੇਖਣਾ ਇਹ ਹੋਵੇਗਾ ਕਿ ਇੰਪਲੀਮੈਂਟ ਕਿਸ ਤਰ੍ਹਾਂ ਦੇ ਨਾਲ ਹੁੰਦਾ, ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਸੋਚ ਬਣਾਈ ਹੈ ਉਸ ਤਰ੍ਹਾਂ ਦੇ ਨਾਲ ਇੰਪਲੀਮੈਂਟ ਕਰ ਪਾਉਂਦੇ ਨੇ, ਕਿ ਉਸ ਤਰ੍ਹਾਂ ਦੇ ਨਾਲ ਅੱਗੇ ਰੈਵਨਿਊ ਮਿਲ ਪਾਊਗਾ, ਕਿ ਠੇਕੇਦਾਰ ਨੇ ਜਿਹੜੇ ਉਹ ਆਪਣਾ ਸਹਿਯੋਗ ਆਮ ਆਦਮੀ ਪਾਰਟੀ ਨੂੰ ਦੇਣਗੇ ਜਾਂ ਨਹੀਂ ਦੇਣਗੇ। ਕਿਉਂਕਿ ਦੇਖੋ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਠੇਕੇਦਾਰੀ ਸਿਸਟਮ ਚੱਲਦਾ ਸੀ ਤਾਂ ਉਦੋਂ ਸਰਕਾਰਾਂ ਦੀ ਸੈਟਿੰਗ ਹੁੰਦੀ ਸੀ। ਤਾਂ ਉਦੋਂ ਜਿਹੜੇ ਚਹੇਤੇ ਹੁੰਦੇ ਸੀ ਆਪਣੇ, ਉਹਨਾਂ ਦੇ ਹੀ ਠੇਕੇ ਕੱਢੇ ਜਾਂਦੇ ਸੀ, ਉਹਨਾਂ ਨੂੰ ਹੀ ਠੇਕੇ ਦਿੱਤੇ ਜਾਂਦੇ ਸੀ, ਅਲਾਟ ਕੀਤੇ ਜਾਂਦੇ ਸੀ। ਤਾਂ ਉੱਥੇ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਨੂੰ ਕਿੰਨੇ ਰੈਵਨਿਊ ਦੇ ਉੱਤੇ ਠੇਕਾ ਦੇਣਾ। ਤਾਂ ਇਸ ਵਾਰ ਇਹ ਗੱਲ ਖਤਮ ਹੋ ਜਾਏਗੀ ਕਿਉਂਕਿ ਇਹ ਨਹੀਂ ਪਤਾ ਹੋਏਗਾ ਕਿ ਕੌਣ ਠੇਕੇ ਲਏਗਾ ਔਰ ਕਿਹੜਾ ਕਿੰਨੇ ਰੈਵਨਿਊ ਤੇ ਲਏਗਾ। ਤਾਂ ਦੇਖੋ ਦੇਖਣਾ ਹੋਵੇਗਾ, ਨੋਟੀਫਿਕੇਸ਼ਨ ਹੋ ਜਾਏਗਾ ਜਦੋਂ ਇਹ ਠੇਕਿਆਂ ਦੀ ਜਦੋਂ ਨਿਲਾਮੀ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਫਿਗਰ ਦੱਸੀ ਹੈਗੀ, ਅਗਰ ਉਸ ਫਿਗਰ ਦੇ ਮੁਤਾਬਕ ਪੈਸਾ ਆਉਂਦਾ ਤਾਂ ਪੰਜਾਬ ਦੇ ਲਈ ਬਹੁਤ ਚੰਗਾ ਹੋਵੇਗਾ। ਬਿਲਕੁਲ ਜੀ। ਆਪਾਂ ਦੂਸਰੀ ਗੱਲ ਕਰੀਏ, ਜਿਵੇਂ ਹੁਣ ਤੁਸੀਂ ਗੱਲ ਕਹੀ ਵੀ ਕੈਬਨਿਟ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਕੱਲ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਹੈਗਾ 1 ਦਿਨ ਦਾ। ਸੋ ਕਿਵੇਂ ਦੇਖ ਰਹੇ ਹੋ, ਕਿਹੜੇ ਮੁੱਦੇ ਦੀ ਚਰਚਾ ਹੋ ਸਕਦੀ ਹੈ ਤੇ ਕਿਹੜੇ ਮੁੱਦੇ ਦੇ ਬਾਰੇ ਇਸ ਇਜਲਾਸ ਆ ਜੋ ਬੁਲਾਇਆ ਗਿਆ, ਕਿਹੜੇ ਮੁੱਦੇ ਦੀ ਸਪੈਸ਼ਲ ਬੁਲਾਇਆ ਗਿਆ? ਕਿਉਂਕਿ ਇੱਕ ਮੁੱਦੇ ਦੀ ਗੱਲ ਬੜੀ ਉੱਠੀ ਹੈ, ਚੰਡੀਗੜ੍ਹ ਦਾ ਮੁੱਦਾ ਵੀ ਬੜਾ ਅਹਿਮ ਮੁੱਦਾ। ਕਿ ਇਸ ਮੀਟਿੰਗ ਦੇ ਤੋਂ ਬਾਅਦ ਜੋ ਇਜਲਾਸ ਬੁਲਾਇਆ, ਇਜਲਾਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਚੰਡੀਗੜ੍ਹ ਦੇ ਬਾਰੇ ਗੱਲਬਾਤ ਹੋਏਗੀ ਕੱਲ। ਦੇਖੋ ਲਖਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਚੰਡੀਗੜ੍ਹ ਦਾ ਮੁੱਦਾ ਦੇਖੋ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਕਿਉਂਕਿ ਕੇਂਦਰ ਪੂਰੀ ਤਰ੍ਹਾਂ ਦੇ ਨਾਲ ਕਾਬਜ਼ ਹੋ ਚੁੱਕਾ। ਉਹਨਾਂ ਵੱਲੋਂ ਜਿਹੜੀ ਆਪਣਾ ਨੋਟੀਫਿਕੇਸ਼ਨ ਜਾਰੀ ਕਰਕੇ ਉੱਥੇ ਸਾਰੀ ਪਾਲਿਸੀ ਜਿਹੜੀ ਆਪਣੀ ਕੇਂਦਰ ਦੀ ਚਲਾ ਦਿੱਤੀ ਗਈ ਹੈ ਜੀ। ਤਾਂ ਹੁਣ ਅਗਰ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਰਹਿ ਕੀ ਜਾਂਦਾ ਜੀ। ਤਾਂ ਹੁਣ ਕੱਲ ਇਹ ਹੋ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਜਲਾਸ ਬੁਲਾਇਆ ਗਿਆ ਤਾਂ ਉੱਥੇ ਸਾਰੇ ਵਿਧਾਇਕਾਂ ਦੀ ਰਜਾਮੰਦੀ ਲੈ ਕੇ ਇੱਕ ਨਿੰਦਾ ਮਤਾ ਹੈਗਾ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਪਾਇਆ ਜਾ ਸਕਦਾ ਹੈ। ਤਾਂ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਕੇਂਦਰ ਨੇ ਹੋਰ ਕੁਝ ਛੱਡਿਆ ਹੈਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਨੂੰ ਘੇਰਿਆ ਜਾ ਰਿਹਾ ਤਾਂ ਉਸ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਲਾਚਾਰ ਨਜ਼ਰ ਆ ਰਹੀ ਹੈ ਤਾਂ ਸਿਰਫ ਨਿੰਦਾ ਹੀ ਕਰ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਇਹ ਤਾਂ ਹੁਣ ਕਲੀਅਰ ਹੈ ਕਿਉਂਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਬਾਕੀ ਸਾਰੀਆਂ ਪਾਰਟੀਆਂ ਜਿੱਥੇ ਇਹਨੂੰ ਆਮ ਆਦਮੀ ਪਾਰਟੀ ਨੂੰ ਘੇਰਦੀਆਂ ਹੋਈਆਂ ਨਜ਼ਰ ਆਏ, ਨਾਲ ਉਹਨਾਂ ਨੇ ਕਿਹਾ ਵੀ ਅਸੀਂ ਸਹਿਯੋਗ ਕਰਾਂਗੇ ਜੇਕਰ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਕੇਂਦਰ ਦੇ ਵਿਰੁੱਧ ਕੋਈ ਆਵਾਜ਼ ਉਠਾਉਂਦੇ ਨੇ। ਜਿੱਥੇ ਹੁਣ ਇਸ ਮੁੱਦੇ ਤੇ ਘੇਰ ਰਹੇ ਨੇ, ਦੂਜੇ ਪਾਸੇ ਸਹਿਯੋਗ ਦੀ ਵੀ ਗੱਲ ਕਰ ਰਹੇ ਨੇ। ਸੋ ਕੱਲ ਇਹ ਕਲੀਅਰ ਹੋ ਜਾਏਗਾ ਜਿਹੜਾ ਸਪੈਸ਼ਲ ਹੁਣ ਇਜਲਾਸ ਬੁਲਾਇਆ ਗਿਆ 1 ਦਿਨ ਦਾ, ਕਿ ਉਹਦੇ ਵਿੱਚ ਚੰਡੀਗੜ੍ਹ ਦੇ ਮਸਲੇ ਉੱਪਰ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ। ਸੋ ਆਪਾਂ ਇੱਕ ਅਹਿਮ ਹੋਰ ਖਬਰ ਹੈ ਜੀ, ਕੈਬਨਿਟ ਦੇ ਜੋ ਫੈਸਲਾ ਲਿਆਗਾ ਉਹ ਲਿਆ ਕਿਸਾਨਾਂ ਨੂੰ ਲੈ ਕੇ। ਉਹ ਕਹਿੰਦੇ ਵੀ ਅਸੀਂ ਕੱਲ ਤੋਂ ਯਾਨੀ ਕਿ 1 ਅਪ੍ਰੈਲ ਤੋਂ ਆਨਲਾਈਨ ਡਿਜੀਟਲੀ ਮਿਲ ਕੇ ਜੇ ਫਾਰਮ ਕਿਸਾਨਾਂ ਨੂੰ ਦੇ ਦਾਂਗੇ ਤੇ ਉਹਦੇ ਨਾਲ ਕਿਸਾਨਾਂ ਦਾ ਬੜਾ ਫਾਇਦਾ ਹੋਣ ਵਾਲਾ। ਕਹਿੰਦੇ ਨੇ ਵੀ ਜਿਹੜੇ ਰਜਿਸਟਰਡ 9 ਲੱਖ ਕਿਸਾਨ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਕਿ ਸੱਚਮੁੱਚ ਇੱਕ ਅੱਛਾ ਫੈਸਲਾ ਕਿਸਾਨਾਂ ਦੇ ਲਈ, ਕਿਵੇਂ ਦੇਖ ਰਹੇ ਹੋ?
ਦੇਖੋ ਲਖਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਲਿਆ ਗਿਆ, ਉਹ ਕਈ ਵਾਰ ਕਹਿੰਦੇ ਹੁੰਦੇ ਆ ਨਾ ਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਨੁਕਸਾਨ ਕਰ ਜਾਂਦੇ ਨੇ ਜੀ। ਤਾਂ ਹੁਣ ਇੱਕ ਪਾਸੇ ਫੈਸਲਾ ਲੈ ਲਿਆ ਗਿਆ ਕਿਸਾਨਾਂ ਦੇ ਹਿੱਤ ਦੇ ਵਿੱਚ। ਤੁਸੀਂ ਦੇਖੋ ਪੰਜਾਬ ਦਾ ਜਿਹੜਾ ਕਿਸਾਨ ਵਰਗ ਹੈਗਾ ਉਹਦੇ ਵਿੱਚ ਜ਼ਿਆਦਾ ਪੜ੍ਹਿਆ ਲਿਖਿਆ ਵਰਗ ਬਹੁਤ ਘੱਟ ਹੈ, ਕਿਉਂਕਿ ਜਿਹੜੇ ਕਿਸਾਨਾਂ ਦੇ ਬੱਚੇ ਨੇ ਉਹ ਤਾਂ ਤਕਰੀਬਨ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ। ਤਾਂ ਇੱਥੇ ਜਿਹੜੇ ਰਹਿ ਗਏ ਨੇ ਉਹ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਵੱਲੋਂ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਏਗੀ। ਚਲੋ ਰਜਿਸਟ੍ਰੇਸ਼ਨ ਜਿਹੜੇ ਰਜਿਸਟਰਡ ਹੈਗੇ ਨੇ ਉਹਨਾਂ ਨੂੰ ਤਾਂ ਜੇ ਫਾਰਮ ਮਿਲ ਜਾਣਗੇ, ਲੇਕਿਨ ਜਿਹੜੇ ਕਿਸਾਨ ਰਜਿਸਟਰਡ ਨਹੀਂ ਹੈਗੇ ਉਹ ਕਿਸਾਨ ਕਿੱਧਰ ਜਾਣਗੇ? ਉਹਨਾਂ ਬਾਰੇ ਸਰਕਾਰ ਨੇ ਕੀ ਸੋਚਿਆ ਕਿ ਉਹਨਾਂ ਦਾ ਕੀ ਹੱਲ ਕੀਤਾ ਜਾਵੇਗਾ? ਕਿਉਂਕਿ ਕੱਲੇ 9 ਲੱਖ ਕਿਸਾਨ ਹੀ ਤਾਂ ਨਹੀਂ ਹੈਗੇ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਕਿਸਾਨ ਤਾਂ ਅਗਰ ਗੱਲ ਕਰ ਲਈਏ ਤਾਂ 9 ਲੱਖ ਤੋਂ ਕਈ ਲੱਖਾਂ ਜ਼ਿਆਦਾ ਹੋਣਗੇ, ਲੇਕਿਨ ਜਿਹੜੇ ਬਾਕੀ ਬਚ ਜਾਣਗੇ ਉਹ ਕਿਹੜੇ ਪਾਸੇ ਜਾਣਗੇ? ਉਹਨਾਂ ਦੇ ਲਈ ਸਰਕਾਰ ਵੱਲੋਂ ਕੀ ਸੋਚਿਆ ਗਿਆ? ਔਰ ਆਨਲਾਈਨ ਜਿਸ ਤਰ੍ਹਾਂ ਦੇ ਨਾਲ ਫਾਰਮ ਦੀ ਗੱਲ ਕੀਤੀ ਗਈ ਹੈ, ਪਰ ਜਿਹੜੀ ਪ੍ਰਤੀਕਿਰਿਆ ਹੈਗੀ ਹੈ ਕਾਫੀ ਗੁੰਝਲਦਾਰ ਹੈ, ਤਾਂ ਕਿਸਾਨਾਂ ਦੇ ਲਈ ਵੱਡੀ ਮੁਸੀਬਤ ਵੀ ਬਣ ਜਾਏਗੀ। ਬਿਲਕੁਲ ਕਲੀਅਰ ਰੱਖਣਾ ਸੀ ਨਾ, ਪਾਰਦਰਸ਼ਤਾ ਵਧਾਉਣੀ ਹੈਗੀ ਵੀ ਕਿਵੇਂ ਫੰਡਿੰਗ ਆ ਰਹੀ ਹੈ, ਕਿਵੇਂ ਇਹ ਫਾਰਮ ਦੇ ਅਕੋਰਡਿੰਗ ਸਭ ਨੂੰ ਪਤਾ ਲੱਗ ਜੂ ਕਿੰਨੀ ਫਸਲ ਕਿਸਾਨ ਨੇ ਵੇਚੀ ਆ, ਕਿੰਨਾ ਉਹਨੂੰ ਮੁਆਵਜ਼ਾ ਮਿਲਿਆ, ਜਾਂ ਇਹਦੀ ਫਸਲ ਦੀ ਕੀਮਤ ਮਿਲੀ ਹੈ। ਕਹਿੰਦੇ ਇਹਦੇ ਨਾਲ ਕਲੀਅਰ ਹੋ ਜਾਏਗਾ। ਲੇਕਿਨ ਜਿਵੇਂ ਤੁਸੀਂ ਦੂਸਰਾ ਸਵਾਲ ਪੁੱਛਿਆ, ਮੈਂ ਉਹੀ ਗੱਲ ਕਰਾਂਗਾ ਵੀ ਕੀ ਸਰਕਾਰ ਜਿਹੜੇ ਰਜਿਸਟਰਡ ਨਹੀਂ, ਕਿਉਂਕਿ 9 ਲੱਖ ਕਿਸਾਨਾਂ ਦੀ ਗੱਲ ਹੋਈ ਹੈ, ਉਹਨਾਂ ਬਾਰੇ ਕੋਈ ਪਾਲਿਸੀ ਲੈ ਕੇ ਆ ਰਹੀ ਸਰਕਾਰ? ਕਿਵੇਂ ਦੇਖ ਰਹੇ ਹੋ? ਦੇਖੋ ਲਖਵਿੰਦਰ ਜੀ, ਹਲੇ ਤੱਕ ਤਾਂ ਕੋਈ ਉਹਨਾਂ ਬਾਰੇ ਪਾਲਿਸੀ ਹੈ ਹੀ ਨਹੀਂ, ਕਿਉਂਕਿ ਦੇਖੋ ਇਹਨਾਂ ਨੇ ਕਹਿਤਾ ਪ੍ਰੋਕਿਉਰਮੈਂਟ ਹੈਗੀ ਜਿਹੜੀ 1 ਤਰੀਕ ਤੋਂ ਹੀ ਸ਼ੁਰੂ ਕਰਵਾ ਦਾਂਗੇ, ਅਸੀਂ ਸਾਰਾ ਪੈਸਾ ਵੀ ਦੇਵਾਂਗੇ। ਤਾਂ ਖਜ਼ਾਨੇ ਦੇ ਵਿੱਚ ਪਹਿਲਾਂ ਹੀ ਪੈਸਾ ਨਹੀਂ ਹੈਗਾ ਤਾਂ ਖਰੀਦ ਕਿੱਥੋਂ ਹੋਊਗੀ? ਤਾਂ ਦੂਜੇ ਪਾਸੇ ਜਿਹੜੇ ਕਿਸਾਨ ਰਜਿਸਟਰਡ ਨਹੀਂ ਹੈਗੇ, ਮੈਨੂੰ ਲੱਗਦਾ ਕਿ ਅੱਧ ਤੋਂ ਵੱਧ ਕਿਸਾਨ ਹੋਣਗੇ ਪੰਜਾਬ ਦੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ, ਤਾਂ ਉਹ ਕਿੱਥੇ ਜਾਣਗੇ? ਉਹ ਆਪਣੀ ਫਸਲ ਕਿੱਥੇ ਵੇਚਣਗੇ? ਕਿੱਥੋਂ ਉਹ ਜੇ ਫਾਰਮ ਲੈਣਗੇ? ਕਿਉਂਕਿ ਆੜਤੀ ਪਹਿਲਾਂ ਹੀ ਖੁੰਝੇ ਲਾਏ ਹੋਏ ਨੇ ਪਿਛਲੀ ਸਰਕਾਰ ਦੇ, ਤਾਂ ਉਹ ਤਾਂ ਜੇ ਫਾਰਮ ਦੇਣ ਤੋਂ ਰਹੇ। ਤਾਂ ਹੁਣ ਇਹਨਾਂ ਨੇ ਜਦੋਂ ਆਨਲਾਈਨ ਹੀ ਕਰਤਾ ਸਾਰਾ ਮੁੱਦਾ, ਤਾਂ ਇੰਨੀ ਗੁੰਝਲਦਾਰ ਪ੍ਰਕਿਰਿਆ ਨੂੰ ਇੱਕ ਸਧਾਰਨ ਕਿਸਾਨ ਕਿਸ ਤਰ੍ਹਾਂ ਦੇ ਨਾਲ ਹੈਂਡਲ ਕਰੇਗਾ? ਕਿਉਂਕਿ ਕਿਸਾਨ ਨੇ ਉਹ ਵਕੀਲ ਤਾਂ ਹੈ ਨਹੀਂ ਕਿ ਉਹਨਾਂ ਨੂੰ ਕੰਪਿਊਟਰ ਦੀ ਵੀ ਬੜੀ ਨੌਲੇਜ ਹੈ ਜੀ, ਕੰਪਿਊਟਰ ਇੰਜੀਨੀਅਰ ਹੈਗੇ ਨੇ, ਉਹਨਾਂ ਨੂੰ ਤਾਂ ਕੱਖ ਵੀ ਨਹੀਂ ਪਤਾ ਹੈਗਾ। ਤਾਂ ਇੱਕ ਉਲਝਾਉਣ ਪਾਉਣ ਵਾਲੀ ਗੱਲ ਕਰ ਦਿੱਤੀ ਹੈ ਕਿ ਜਿਹੜੇ ਰਜਿਸਟਰ ਨੇ ਉਹਨਾਂ ਨੂੰ ਤਾਂ ਚਲੋ ਪੈਸੇ ਮਿਲ ਜਾਣਗੇ, ਤਾਂ ਜਿਹੜੇ ਦੂਜੇ ਨੇ ਉਹ ਕਿੱਧਰ ਜਾਣਗੇ, ਕਿਹਦਾ ਬੂਹਾ ਖੜਕਾਉਣਗੇ? ਇਹ ਵੱਡੀ ਗੱਲ ਹੈ। ਇਹਦੇ ਲਈ ਨਾ ਤਾਂ ਕੋਈ ਇਹਨਾਂ ਨੇ ਕੋਈ ਪਾਲਿਸੀ ਲਿਆਂਦੀ ਹੈ, ਨਾ ਕੋਈ ਬਿਆਨ ਆਇਆ। ਬਿਲਕੁਲ ਜੀ, ਬਿਲਕੁਲ। ਸੋ ਗੁੰਝਲਦਾਰ ਪ੍ਰਕਿਰਿਆ ਜ਼ਰੂਰ ਹੈ, ਪਰ ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਵੀ ਰਜਿਸਟਰਡ ਕਿਸਾਨਾਂ ਵਾਸਤੇ ਉਹ J9 ਜਿਹੜੇ ਜੇ ਫਾਰਮ ਨੇ ਉਹ ਦੱਸ ਦਿੱਤਾ ਗਾ ਵੀ ਬਿਲਕੁਲ ਉਹ ਮਿਲ ਜਾਣਗੇ, ਤੁਹਾਨੂੰ ਡਿਜੀਟਲੀ ਮਿਲ ਜਾਣਗੇ। ਤੇ ਬਾਕੀ ਜਿਹੜੇ ਕਿਸਾਨ ਰਜਿਸਟਰਡ ਨਹੀਂ ਉਹਨਾਂ ਬਾਰੇ ਵੀ ਜਲਦੀ ਤੋਂ ਜਲਦੀ ਕੋਈ ਸਰਕਾਰ ਨੂੰ ਪਾਲਿਸੀ ਲਿਆਉਣੀ ਚਾਹੀਦੀ ਹੈ, ਕਿਉਂਕਿ ਫਸਲਾਂ ਮੰਡੀ ਦੇ ਵਿੱਚ ਆਉਣ ਨੂੰ ਬਿਲਕੁਲ ਤਿਆਰ ਨੇ। ਤਾਂ ਇਹ ਨਾ ਹੋਵੇ ਵੀ ਜਿਵੇਂ ਪਿਛਲੇ ਸਰਕਾਰਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਕਿਸਾਨਾਂ ਦੇ ਨਾਲ ਧੱਕਾ ਹੁੰਦਾ ਰਿਹਾ ਜਾਂ ਕਿਸਾਨਾਂ ਦੀ ਫਸਲ ਰੁਲਦੀ ਰਹੀ ਹੈ, ਇਹ ਇਲਜ਼ਾਮ ਭਗਵੰਤ ਮਾਨ ਸਰਕਾਰ ਤੇ ਨਾ ਲੱਗਣਾ। ਹੁਣ ਆਪਾਂ ਅਗਲੀ ਖਬਰ ਵੱਲ ਚੱਲੀਏ ਜੋ ਕਿ ਬੜੀ ਅਹਿਮ ਹੈ, ਪੰਜਾਬ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਜਿੱਥੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ, ਉੱਥੇ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਚਾਲ ਚੱਲੀ ਗਈ ਹੈ। ਸੋ ਬਨਵਾਰੀ ਲਾਲ ਪੁਰੋਹਿਤ ਜੋ ਕਿ ਰਾਜਪਾਲ ਨੇ ਪੰਜਾਬ ਦੇ, ਉਹਨਾਂ ਦੇ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿੱਥੇ ਕਿ BSF ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਇਆ ਗਿਆ ਸੀ। ਸੋ ਕਹਿੰਦੇ ਨੇ ਵੀ ਬਨਵਾਰੀ ਲਾਲ ਪੁਰੋਹਿਤ ਉੱਥੇ ਜ਼ਮੀਨੀ ਤੌਰ ਤੇ ਜਾ ਕੇ ਲੋਕਾਂ ਨਾਲ ਗੱਲ ਕਰਨਗੇ ਤੇ ਨਾਲ BSF ਦੇ ਅਧਿਕਾਰੀਆਂ ਦੇ ਨਾਲ ਗੱਲ ਕਰ ਰਹੇ ਨੇ ਵੀ ਇੱਥੇ 50 ਕਿਲੋਮੀਟਰ ਦਾ ਘੇਰਾ ਵਧਾਉਣ ਦੇ ਨਾਲ BSF ਨੂੰ ਕੀ ਮੁਸ਼ਕਿਲਾਂ ਆ ਰਹੀਆਂ ਨੇ ਤੇ ਲੋਕਾਂ ਨੂੰ ਕੀ ਫਾਇਦਾ ਹੋਇਆ। ਇਹਦੇ ਬਾਰੇ ਕਹਿੰਦੇ ਵੀ ਜ਼ਮੀਨੀ ਪੱਧਰ ਤੇ ਜਾਣਗੇ। ਕੀ ਤੁਸੀਂ ਦੇਖ ਰਹੇ ਹੋ ਇਸ ਦੇ ਪਿੱਛੇ ਮਨਸ਼ਾ ਕੀ ਆਖਰ ਕੇਂਦਰ ਦੀ? ਤੇ ਰਾਜਪਾਲ ਦਾ ਦੌਰਾ ਜੋ ਕਿ 6 ਜ਼ਿਲ੍ਹਿਆਂ ਦੇ ਵਿੱਚ ਹੋਏਗਾ, ਜ਼ਮੀਨੀ ਤੌਰ ਤੇ ਲੋਕਾਂ ਨੂੰ ਮਿਲਣਗੇ, ਕਿਸ ਤਰ੍ਹਾਂ ਦੇਖ ਰਹੇ ਹੋ? ਕਿੰਨਾ ਫਾਇਦਾ ਕਿੰਨਾ ਨੁਕਸਾਨ ਪੰਜਾਬ ਦਾ? ਦੇਖੋ ਲਖਵਿੰਦਰ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਸਵਾਲ ਚੁੱਕਿਆ ਹੈਗਾ, ਬਹੁਤ ਗੰਭੀਰ ਸਵਾਲ ਹੈਗਾ। ਜਿਸ ਤਰ੍ਹਾਂ ਦੇ ਨਾਲ ਕੇਂਦਰ ਹਮੇਸ਼ਾ ਤੋਂ ਹੀ ਪੰਜਾਬ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦਾ ਰਿਹਾ ਜੀ। ਤਾਂ ਤੁਸੀਂ ਪਹਿਲਾਂ ਹੀ ਦੇਖਿਆ ਹੋਣਾ, ਪਹਿਲਾਂ ਇੱਕ ਬੜਾ ਰੌਲਾ ਪੈਂਦਾ ਰਿਹਾ ਗੁਰਦਾਸਪੁਰ ਤੇ ਪਠਾਨਕੋਟ ਨੂੰ ਲੈ ਕੇ, ਕਿਉਂਕਿ ਜਿਹੜਾ ਜੰਮੂ ਕਟੜਾ ਹਾਈਵੇ ਕੱਢਣਾ ਸੀਗਾ ਇਹਨਾਂ ਨੇ, ਜਿਹੜਾ ਕਿ ਜਾ ਕੇ ਅੱਗੇ ਯੂਰਪ ਕੰਟਰੀਆਂ ਦੇ ਨਾਲ ਜਿਹੜਾ ਜੁੜਨਾ ਸੀਗਾ, ਉਸ ਨੂੰ ਲੈ ਕੇ ਇਹਨਾਂ ਨੇ ਬੜਾ ਰੌਲਾ ਪਾਇਆ ਕਿ ਇਹ ਜਿਹੜੇ 2 ਜ਼ਿਲ੍ਹੇ ਹੈਗੇ ਨੇ ਇਹ ਅਸੀਂ ਆਪਣੇ ਅਧੀਨ ਲਵਾਂਗੇ ਜੀ। ਤਾਂ ਹੁਣ ਦੂਜੇ ਪਾਸੇ ਇੱਕ ਨਵਾਂ ਪੱਤਾ ਖੇਡਿਆ ਗਿਆ ਕਿ ਜਿਹੜਾ BSF ਦਾ ਅਧਿਕਾਰ ਖੇਤਰ ਸੀਗਾ ਉਹ ਵਧਾ ਦਿੱਤਾ ਗਿਆ ਜੀ। ਤਾਂ ਹੁਣ ਜਿੱਥੇ ਕਿਸਾਨ ਖੇਤੀ ਬਿੱਲ ਇਹਨਾਂ ਦੇ ਫੇਲ ਹੋ ਗਏ ਨੇ, ਤਾਂ ਉੱਥੇ BJP ਨੇ ਆਪਣਾ ਪਲਾਨ B ਸ਼ੁਰੂ ਕਰ ਦਿੱਤਾ ਹੋਇਆ
ਜਿਸ ਤਰ੍ਹਾਂ ਦੇ ਨਾਲ BBMB ਤੇ ਕਬਜ਼ਾ ਹੋਇਆ, ਚੰਡੀਗੜ੍ਹ ਤੇ ਕਬਜ਼ਾ ਹੋਇਆ, ਸਿਟਕੋ ਤੇ ਕਬਜ਼ਾ ਹੋਇਆ, ਤਾਂ ਹੁਣ ਇੱਕ ਇਹ ਤੀਜੀ ਚਾਲ ਹੈਗੀ ਹੈ ਜਿਹੜੀ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਵੰਡਣ ਦੇ ਲਈ ਚੱਲੀ ਗਈ ਹੈ ਜੀ। ਤਾਂ ਤੁਸੀਂ ਦੇਖੋ ਕਿ ਬਨਵਾਰੀ ਲਾਲ ਪੁਰੋਹਿਤ ਜੀ ਜਾਣਗੇ ਗਵਰਨਰ ਸਾਹਿਬ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ BSF ਦੀ ਫੀਡਬੈਕ ਲੈਣਗੇ ਜੀ। BSF ਦੀ ਫੀਡਬੈਕ ਤਾਂ ਲੈਣਗੇ, ਲੇਕਿਨ ਲੋਕਾਂ ਦੀ ਫੀਡਬੈਕ ਬਿਲਕੁਲ ਨਹੀਂ ਲੈਣਗੇ। ਕਿਤੇ ਵੀ ਲਿਖਿਆ ਨਹੀਂ ਗਿਆ, ਕਿਤੇ ਵੀ ਦੱਸਿਆ ਨਹੀਂ ਗਿਆ। ਨਹੀਂ ਉਹਨੇ ਇਹ ਗੱਲ ਕਹੀ ਹੈ ਵੀ ਨਾਲ ਲੋਕਾਂ ਨੂੰ ਵੀ ਮਿਲਣਗੇ ਤੇ ਲੋਕਾਂ ਨੂੰ ਪੁੱਛਣਗੇ ਵੀ ਤੁਹਾਨੂੰ ਕੀ ਇਹਦਾ ਨੁਕਸਾਨ ਹੋਇਆ ਤੇ ਫਾਇਦਾ ਹੋਇਆ। ਉਹ ਗੱਲ ਜੁਦਾ ਹੈ ਵੀ ਉਹ ਫੀਡਬੈਕ ਨੈਗੇਟਿਵ ਜਾਏਗੀ ਕੇਂਦਰ ਦੇ ਵਿੱਚ ਜਾਂ ਪੋਜ਼ਿਟਿਵ ਜਾਏਗੀ, ਉਹ ਇਕੱਲੇ ਸਿਰਫ ਰਾਜਪਾਲ ਸਾਹਿਬ ਨੂੰ ਪਤਾ ਹੋਏਗਾ। ਦੇਖੋ ਲਖਵਿੰਦਰ ਜੀ, ਕੀ ਹੈਗਾ ਕਿ ਪਬਲਿਕ ਦੀ ਫੀਡਬੈਕ ਹੁੰਦੀ ਹੈ ਜਿਹੜੀ, ਉਹ ਕਦੇ ਵੀ ਸਰਕਾਰਾਂ ਗੋਲਦੀਆਂ ਨਹੀਂ ਹੈਗੀਆਂ। ਤਾਂ ਇੱਥੇ ਤਾਂ ਮਸਲਾ ਹੀ ਬੜਾ ਗੰਭੀਰ ਹੈਗਾ। ਇੱਥੇ ਤਾਂ ਹੁਣ ਕੇਂਦਰ ਵੱਲੋਂ ਇਹ ਖੇਡ ਖੇਡੀ ਜਾ ਰਹੀ ਹੈ ਕਿ BSF ਵੱਲੋਂ ਇਹ ਜਿਹੜੇ ਏਰੀਆ ਹੈਗੇ ਨੇ ਇਹਨਾਂ ਦੀ ਜਿਹੜੀ ਫੀਡਬੈਕ ਹੈ ਇਹ ਲਈ ਜਾਵੇ ਕਿ ਡਿਸਟਰਬ ਏਰੀਆ ਹੈਗੇ ਨੇ ਜੀ। ਇੱਥੇ ਸਮਗਲਿੰਗ ਬੜੀ ਹੁੰਦੀ ਹੈ, ਇੱਥੇ ਪਾਕਿਸਤਾਨ ਵੱਲੋਂ ਹਥਿਆਰ ਬੜੇ ਸੁੱਟੇ ਜਾਂਦੇ ਨੇ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਜਿਹੀਆਂ ਖਬਰਾਂ ਆਈਆਂ ਨੇ ਕਿ ਪਾਕਿਸਤਾਨੀ ਡਰੋਨ ਆ ਗਏ ਜੀ, ਹਥਿਆਰ ਲੈ ਕੇ ਆ ਗਏ, ਇੰਨੇ ਡਰੋਨ ਸਿੱਟ ਲਏ, ਇੰਨੇ ਡਰੋਨ ਨੇ ਜਿਹੜੇ ਰੋਜ਼ ਸਾਡੀ ਸਰਹੱਦ ਦੇ ਉੱਤੇ ਘੁੰਮਦੇ ਨੇ। ਤਾਂ ਇਹੋ ਜਿਹੀਆਂ ਖਬਰਾਂ ਬਹੁਤ ਸਾਰੀਆਂ ਆਈਆਂ ਨੇ। ਇਹ ਖਬਰਾਂ ਨੂੰ ਹੀ ਆਧਾਰ ਬਣਾ ਕੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਡਿਸਟਰਬ ਏਰੀਆ ਜਿਹੜਾ ਘੋਸ਼ਿਤ ਕੀਤਾ ਜਾਵੇਗਾ। ਤਾਂ ਉਸ ਤੋਂ ਬਾਅਦ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਵੰਡਣ ਦੀ ਤਿਆਰੀ ਜਿਹੜੀ ਲੱਗਦੀ ਹੈ, ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਦੇ ਨਾਲ ਇਹ ਸਾਰੇ ਸਰਕਮਟ੍ਰਾਂਸ ਬਣਾਏ ਜਾ ਰਹੇ ਨੇ, ਤਾਂ ਇੱਕ ਤਰ੍ਹਾਂ ਦੇ ਨਾਲ ਇਹ ਕਿਹਾ ਜਾਏਗਾ ਕਿ ਜਿਹੜੀ BSF ਆ ਉਸ ਦੀ ਜਿਹੜੀ ਫੀਡਬੈਕ ਜਾਏਗੀ ਕਿ ਇਹ ਡਿਸਟਰਬ ਏਰੀਆ ਹੈਗੇ ਨੇ ਜੀ, ਇੱਥੇ ਹਥਿਆਰ ਬਹੁਤ ਜਿਹੜੇ ਪਾਕਿਸਤਾਨ ਵੱਲੋਂ ਭੇਜੇ ਜਾਂਦੇ ਨੇ, ਹੋ ਸਕਦਾ ਲੋਕਾਂ ਨੇ ਲੁਕਾ ਛੁਪਾ ਕੇ ਰੱਖੇ ਹੋਣ ਕਿਉਂਕਿ ਅਸੀਂ ਤਲਾਸ਼ੀ ਨਹੀਂ ਲੈ ਸਕਦੇ, ਕਿਉਂਕਿ ਲੋਕ ਵਿਰੋਧ ਕਰਦੇ ਨੇ। ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੈਗੀ ਹੈ ਜਿਹੜੀ ਇਹ ਜਿਹੜੇ 6 ਜ਼ਿਲ੍ਹੇ ਹੈਗੇ ਨੇ ਇਹਨਾਂ ਦੇ ਵਿੱਚ ਜਾਂ ਤਾਂ ਰਾਸ਼ਟਰਪਤੀ ਰਾਜ ਹੈਗਾ ਜਿਹੜਾ ਉਹ ਲਾ ਸਕਦੀ ਹੈ, ਜਾਂ ਫਿਰ ਗਵਰਨਰ ਰਾਜ ਲਾ ਸਕਦੀ ਹੈ, ਜਾਂ ਫਿਰ ਸਿੱਧੀ ਤਰ੍ਹਾਂ ਦੇ ਨਾਲ ਕੇਂਦਰ ਦੇ ਅਧੀਨ ਇਹ 6 ਜ਼ਿਲ੍ਹਿਆਂ ਨੂੰ ਲੈ ਸਕਦੀ ਹੈ। ਤਾਂ ਇੱਕ ਵਾਰ ਕਹਿ ਲਈਏ ਕਿ ਪੰਜਾਬ ਨੂੰ ਫੇਰ ਤੋਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅੱਜ ਤੱਕ 1947 ਤੋਂ ਅਗਰ ਹੁਣ ਤੱਕ ਦੇਖੀਏ ਤਾਂ ਵੰਡਿਆ ਸਿਰਫ ਪੰਜਾਬ ਹੀ ਗਿਆ। ਅਗਰ ਪਾਕਿਸਤਾਨ ਦੀ ਗੱਲ ਕਰ ਲਈਏ, ਪਾਕਿਸਤਾਨ ਬਣਿਆ ਤਾਂ ਉਦੋਂ ਵੀ ਸਿਰਫ ਪੰਜਾਬ ਹੀ ਵੰਡਿਆ ਗਿਆ। ਉਸ ਤੋਂ ਬਾਅਦ ਹਰਿਆਣਾ, ਹਿਮਾਚਲ ਬਣਿਆ, ਉਹ ਵੀ ਪੰਜਾਬ ਹੀ ਵੰਡਿਆ ਗਿਆ। ਚੰਡੀਗੜ੍ਹ ਬਣਿਆ ਤਾਂ ਪੰਜਾਬ ਦੇ ਪਿੰਡ ਉਜੜੇ। ਤਾਂ ਹੁਣ ਇੱਕ ਵਾਰ ਫੇਰ ਤੋਂ ਇੱਕ ਨਵੀਂ ਕੋਸ਼ਿਸ਼ ਇਹ ਜਾਪ ਰਹੀ ਹੈ ਕੇਂਦਰ ਦੀ ਕਿ ਜਿਹੜੇ ਇਹ 6 ਜ਼ਿਲ੍ਹੇ ਹੈਗੇ ਨੇ ਇਹਨਾਂ ਨੂੰ ਵੀ ਪੰਜਾਬ ਤੋਂ ਵੱਖ ਕਰ ਦਿੱਤਾ ਜਾਵੇ, ਡਿਸਟਰਬ ਏਰੀਆ ਇਹਨਾਂ ਨੂੰ ਘੋਸ਼ਿਤ ਕਰਕੇ ਇਹਨਾਂ ਨੂੰ ਕੇਂਦਰ ਦੇ ਅਧੀਨ ਲੈ ਲਿਆ ਜਾਵੇ। ਤਾਂ ਉਸ ਤੋਂ ਬਾਅਦ ਕਿਉਂਕਿ ਕੇਂਦਰ ਦੀਆਂ ਕਈ ਯੋਜਨਾਵਾਂ ਨੇ ਜਿਹੜੀਆਂ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਚੱਲਣੀਆਂ ਨੇ, ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਲੰਘਣੀਆਂ ਨੇ, ਤਾਂ ਇੱਕ ਕੋਸ਼ਿਸ਼ ਹੋ ਸਕਦੀ ਹੈ ਕਿ ਕੇਂਦਰ ਇਹਨੂੰ ਆਪਣੇ ਅਧੀਨ ਲੈ ਕੇ ਆਪਣੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕਰੇ, ਕਿਉਂਕਿ ਲਗਾਤਾਰ ਉਸ ਹਾਈਵੇ ਦਾ ਵੀ ਵਿਰੋਧ ਹੁੰਦਾ ਰਿਹਾ ਔਰ ਉੱਥੋਂ ਦੇ ਲੋਕ ਨੇ ਜਿਹੜੇ ਉਹਨਾਂ ਵੱਲੋਂ ਲਗਾਤਾਰ ਇਹ ਵੀ ਵਿਰੋਧ ਕੀਤਾ ਜਾਂਦਾ ਰਿਹਾ ਕਿ ਜਿਹੜਾ ਇਹ 2 ਜ਼ਿਲ੍ਹੇ ਨੇ ਇਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਮਿਲਾਇਆ ਜਾ ਰਿਹਾ, ਤਾਂ ਕਿਉਂ ਮਿਲਾਇਆ ਜਾ ਰਿਹਾ, ਇਸ ਦਾ ਵੀ ਵਿਰੋਧ ਹੁੰਦਾ ਰਿਹਾ। ਤਾਂ ਇੱਕ ਸਾਜ਼ਿਸ਼ ਨਜ਼ਰ ਆ ਰਹੀ ਹੈ ਸਿੱਧੀ ਕੇਂਦਰ ਸਰਕਾਰ ਦੀ ਕਿ ਇਹ ਜਿਹੜੇ 6 ਜ਼ਿਲ੍ਹੇ ਹੈਗੇ ਨੇ ਇਹਨਾਂ ਨੂੰ ਕੇਂਦਰ ਦੇ ਥੱਲੇ ਲੈ ਕੇ ਇੱਥੇ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਕਰੂਗੀ ਔਰ ਆਪਣੇ ਮਨਮਰਜ਼ੀ ਦੇ ਤਰੀਕੇ ਦੇ ਨਾਲ ਇੱਥੇ ਜਿਹੜੇ ਉਹਨਾਂ ਦੇ ਰੁਕੇ ਹੋਏ ਕੰਮ ਹੈਗੇ ਨੇ ਉਹਨਾਂ ਨੂੰ ਪੂਰ ਚੜਾਇਆ ਜਾਊਗਾ। ਬਿਲਕੁਲ ਜੀ, ਬਿਲਕੁਲ ਤੁਸੀਂ ਬਿਲਕੁਲ ਸਹੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਰਾਜਪਾਲ ਸਾਹਿਬ ਖੁਦ ਜਾ ਰਹੇ ਨੇ। ਸੋ ਅਨਿਰੁੱਧ ਤਿਵਾੜੀ ਨੇ ਜੋ ਉਹਨਾਂ ਨੂੰ ਬੁਲਾਇਆ ਗਿਆ, DGP ਪੰਜਾਬ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਤੇ ਪੁਖਤਾ ਪ੍ਰਬੰਧ ਸੁਰੱਖਿਆ ਦੇ ਉਹਨਾਂ ਨੇ ਆਪਣੇ ਲਈ ਮੰਗੇ ਨੇ, ਕਿਉਂਕਿ ਇਹ ਕਲੀਅਰ ਹੈ ਵੀ ਇਹ ਹੁਣ ਦੌਰਾ ਕਰਨਗੇ 6 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਗਰਾਊਂਡ ਦੇ ਉੱਪਰ ਜਾ ਕੇ ਹਾਲਾਤ ਦੇਖਣਗੇ, ਹਾਲਾਤ ਕਿਸ ਤਰ੍ਹਾਂ ਦੇ ਨੇ। ਦੇਖੋ ਲਖਵਿੰਦਰ ਜੀ, ਪਤਾ ਕੀ ਹੁੰਦਾ ਜੀ, ਜਦੋਂ ਅਜਿਹਾ ਕੋਈ ਕਦਮ ਚੱਕਣਾ ਹੁੰਦਾ ਹੈ ਤਾਂ ਉਦੋਂ ਹਮੇਸ਼ਾ ਹੀ ਜਾਂ ਫਿਰ ਗਵਰਨਰ ਦੀ ਡਿਊਟੀ ਲਗਾਈ ਜਾਂਦੀ ਹੈ ਜਾਂ ਫਿਰ ਕੇਂਦਰ ਤੋਂ ਕੋਈ ਜਿਹੜੇ ਵੱਡੇ ਮੰਤਰੀ ਹੁੰਦੇ ਨੇ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ। ਤਾਂ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਗਵਰਨਰ ਖੁਦ ਜਾ ਰਹੇ ਨੇ ਉੱਥੇ ਜਾ ਕੇ ਲੋਕਾਂ ਦੀ ਰਾਏ ਪੁੱਛਣਗੇ ਜਾਂ BSF ਦੀ ਫੀਡਬੈਕ ਲੈਣਗੇ। ਤਾਂ ਇੱਥੋਂ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ ਕਿ ਕੇਂਦਰ ਦੀ ਆਖਰ ਮਨਸ਼ਾ ਕੀ ਹੈ। ਬਿਲਕੁਲ ਜੀ, ਬਿਲਕੁਲ। ਗਿਲਕ ਸਾਹਿਬ, ਤੁਸੀਂ ਇਹਨਾਂ ਖਬਰਾਂ ਦੇ ਐਨਾਲਿਸਿਸ ਕਰਨੀ, ਇਹਨਾਂ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਮਾਨ ਸਾਹਿਬ। ਸੋ ਇਹ ਸਨ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ, ਜਿਨ੍ਹਾਂ ਨੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਖੂਬਸੂਰਤ ਤਰੀਕੇ ਦੇ ਨਾਲ ਚਰਚਾ ਕੀਤੀ ਹੈ, ਗੱਲ ਕੀਤੀ ਹੈ SGP ਦੇ ਉੱਪਰ ਵੱਡੇ ਇਲਜ਼ਾਮਾਂ ਦੀ ਜੋ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਚੱਕੇ ਗਏ ਨੇ, ਤੇ ਨਾਲ ਨਾਲ ਕੈਬਨਿਟ ਦੇ ਜਿਹੜੇ ਅੱਜ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਹੈ। ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਗਿੱਲ ਸਾਹਿਬ ਦੀ ਕੀਤੀ ਹੋਈ ਚਰਚਾ ਤੁਹਾਨੂੰ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਸਾਡੀ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।